देश विदेशा नाम कमाया, सोना कारोबार चलाया, पिंड दा चेता नहीं भुलाया। हो रखिया कोल पंजाबी नूं, बड़े मान दे नाल कहांगे बोल पंजाबी नूं, बड़े मान दे नाल कहांगे बोल पंजाबी नूं। हो मित्रा बोल पंजाबी नूं, हो बेस्ट ऑफ लक पंजाबी नूं, मित्रा बोल पंजाबी नूं, बेस्ट ऑफ लक पंजाबी नूं। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਬੋਲ ਪੰਜਾਬੀ ਨੂੰ ਤੇ ਬੋਲ ਪੰਜਾਬੀ ਨੂੰ ਤੇ ਮੈਂ ਅਕਸਰ ਬੈਸਟ ਆਫ ਲੱਕ ਕਹਿਣਾ ਹੁੰਦਾ ਉਸ ਪੰਜਾਬੀ ਨੂੰ ਜਿਹੜਾ ਪੰਜਾਬੀ ਆਪਣੇ ਖੇਤਰ ਦੇ ਵਿੱਚ ਆਪਣੀ ਫੀਲਡ ਦੇ ਵਿੱਚ ਨਾਮ ਨਾ ਖੱਟ ਰਿਹਾ, ਮੱਲਾ ਮਾਰ ਰਿਹਾ। ਬਹੁਤ ਸਾਰੇ ਪੰਜਾਬੀ ਜਿਹੜੇ ਐਜ਼ ਅ ਸਟੂਡੈਂਟ ਆਸਟ੍ਰੇਲੀਆ ਦੇ ਵਿੱਚ ਆਏ ਤੇ ਹੁਣ ਉਹ ਆਪਣੇ ਕੰਮਾਂ ਕਾਰਾਂ ਦੇ ਵਿੱਚ ਆਪਣੇ ਵਪਾਰ ਦੇ ਵਿੱਚ ਬਿਜ਼ਨਸ ਦੇ ਵਿੱਚ ਸੈੱਟ ਨੇ ਤੇ ਵੱਡੀਆਂ ਵੱਡੀਆਂ ਮੱਲਾਂ ਮਾਰ ਰਹੇ ਨੇ। ਅੱਜ ਵੀ ਅਸੀਂ ਇੱਕ ਉਸ ਪੰਜਾਬੀ ਕੋਲ ਆਏ ਹਾਂ ਜਿਸ ਨੇ ਮੈਲਬਨ ਦੇ ਵਿੱਚ ਆ ਕੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਆਸਟ੍ਰੇਲੀਆ ਆਉਂਦੇ ਨੇ ਤੇ ਆਸਟ੍ਰੇਲੀਆ ਆਉਣ ਤੋਂ ਬਾਅਦ ਹੁਣ ਉਹ ਆਪਣੀ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ ਤੇ ਕੰਮ ਕਰਨ ਤੋਂ ਬਾਅਦ ਇੰਨੀ ਮਿਹਨਤ ਇੰਨੀ ਲਗਨ ਨਾਲ ਕੰਮ ਕਰਨ ਦੇ ਨਾਲ ਨਾਲ ਜਿੱਥੇ ਉਹ ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਨੂੰ ਉਹਨਾਂ ਦਾ ਘਰ ਬਣਾਉਣ ਦੇ ਵਿੱਚ ਸਹਾਇਤਾ ਕਰ ਰਹੇ ਨੇ, ਸਗੋਂ ਇਸ ਦੇ ਨਾਲ ਨਾਲ ਉਹ ਆਪਣੀ ਫੀਲਡ ਦੇ ਵਿੱਚ ਵੀ ਵੱਡੇ ਇਨਾਮ ਜਿੱਤ ਰਹੇ ਨੇ। ਅੱਜ ਜਿਸ ਪੰਜਾਬੀ ਨਾਲ ਤੁਹਾਡੀ ਮੁਲਾਕਾਤ ਕਰਵਾਉਣੀ ਹੈ ਤੇ ਜਿਸ ਪੰਜਾਬੀ ਨੂੰ ਅਸੀਂ ਬੈਸਟ ਆਫ ਲੱਕ ਕਹਿਣਾ, ਉਸ ਦਾ ਨਾਮ ਹੈ ਰੀਤ ਗਿੱਲ। ਰੀਤ ਗਿੱਲ ਨੂੰ ਇਸ ਤੋਂ ਪਹਿਲਾਂ ਕਿ ਮੈਂ ਫਰੇਮ ਦੇ ਵਿੱਚ ਲੈ ਕੇ ਆਵਾਂ, ਮੈਂ ਤੁਹਾਨੂੰ ਦੱਸ ਦੇਵਾਂ ਕਿ ਰੀਤ ਗਿੱਲ ਲੋਨ ਮਾਰਕੀਟ ਦੇ ਅੰਡਰ ਮੌਰਗੇਜ ਬ੍ਰੋਕਿੰਗ ਦਾ ਕੰਮ ਕਰਦੇ ਨੇ। MFA ਮੌਰਗੇਜ ਐਂਡ ਫਾਈਨੈਂਸ ਐਸੋਸੀਏਸ਼ਨ ਆਫ ਆਸਟ੍ਰੇਲੀਆ ਸਭ ਦੀ ਜਿੰਨੀਆਂ ਵੀ ਮੌਰਗੇਜ ਕੰਪਨੀਆਂ ਨੇ ਸਭ ਤੋਂ ਵੱਡਾ ਇੰਡਸਟਰੀ ਆ, ਉਸ ਦੇ ਅਵਾਰਡ ਹੁੰਦੇ ਨੇ। ਰੀਤ ਨੇ ਪਿੱਛੇ ਜਿਹੇ ਸਟੇਟ ਅਵਾਰਡ ਜਿੱਤਿਆ ਤੇ ਮੇਰੇ ਪਿੱਛੇ ਇਹ ਅਵਾਰਡ ਹੈ MFA ਮੌਰਗੇਜ ਫਾਈਨੈਂਸ ਐਸੋਸੀਏਸ਼ਨ ਆਫ ਆਸਟ੍ਰੇਲੀਆ ਐਕਸੀਲੈਂਸ ਅਵਾਰਡ। ਇਸ ਦੀ ਵਿਨਰ ਰੀਤ ਹੈ ਜੀ। ਤੇ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਰੀਤ ਹੁਣ ਜਾ ਰਹੀ ਆ ਇਸੇ ਹੀ ਅਵਾਰਡਸ ਦੇ ਨੈਸ਼ਨਲ ਸੈਗਮੈਂਟ ਦੇ ਵਿੱਚ, ਜਿੱਥੇ ਕਿ ਅਲੱਗ-ਅਲੱਗ ਜਿਹੜੀਆਂ ਸਟੇਟਾਂ ਨੇ ਉੱਥੋਂ 14,000 ਕੰਪੀਟੀਸ਼ਨਾਂ ਨੂੰ ਬਰੋਕ ਕਰਕੇ ਜਿਹੜੇ 100 ਕੰਪੀਟੀਟਰ ਨੇ ਉਹ ਹੁਣ ਮੈਲਬਨ ਦੇ ਵਿੱਚ ਕੰਪੀਟੀਸ਼ਨ ਲੜਨਗੇ ਤੇ ਰੀਤ ਉਸ ਦੀ ਫਾਈਨਲਿਸਟ ਹੈ। ਆਓ ਸਵਾਗਤ ਕਰਦੇ ਹਾਂ ਰੀਤ ਦਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬੋਲ ਪੰਜਾਬੀ ਦੀ ਟੀਮ ਨੂੰ ਮੇਰੇ ਵੱਲੋਂ, ਐਂਡ ਥੈਂਕ ਯੂ ਭਾਜੀ ਇੰਨੀ ਵਧੀਆ ਇੰਟਰੋਡਕਸ਼ਨ ਦੇਣ ਲਈ। ਥੈਂਕ ਯੂ ਤੁਹਾਡਾ ਰੀਤ। ਬਹੁਤ ਬਿਜ਼ੀ ਹੁੰਦੇ ਹੋ ਕਿਉਂਕਿ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿੱਚ ਖਾਸ ਤੌਰ 'ਤੇ ਜੇ ਮੈਲਬਨ ਦੀ ਗੱਲ ਕਰੀਏ ਚਾਰੇ ਪਾਸੇ ਘਰ ਬਣ ਰਹੇ ਨੇ। ਉਹ ਘਰ ਬਣਾਉਣ ਦੇ ਵਿੱਚ ਜਿਹੜਾ ਸ਼ੁਰੂਆਤੀ ਦੌਰ ਹੁੰਦਾ ਤੁਹਾਡਾ ਬਹੁਤ ਵੱਡਾ ਹੱਥ ਹੁੰਦਾ। ਹਾਂਜੀ ਹਾਂਜੀ। ਰੀਤ ਹੁਣਾਂ ਦੇ ਬਾਰੇ ਮੈਂ ਦੱਸ ਦੇਵਾਂ ਕਿ ਰੀਤ ਲੰਮਾ ਸਮਾਂ ਇਸ ਇੰਡਸਟਰੀ ਦੇ ਵਿੱਚ ਨੇ। ਰੀਤ ਸਭ ਤੋਂ ਪਹਿਲਾਂ ਤਾਂ ਬੈਸਟ ਆਫ ਲੱਕ ਤੁਹਾਨੂੰ ਤੁਹਾਡੇ ਆਉਣ ਵਾਲੇ ਨੈਸ਼ਨਲ ਅਵਾਰਡ ਦੇ ਲਈ। ਥੈਂਕ ਯੂ ਜੀ। ਪਹਿਲਾਂ ਤਾਂ ਸਟੇਟ ਵਿਨ ਕਰਨਾ, ਜੋ ਮੇਰਾ ਅਵਾਰਡ ਮੈਂ ਜਿੱਤਿਆ ਉਹ ਮੇਰੇ ਸਾਰੇ ਕਸਟਮਰ ਦੀ ਬਦੌਲਤ ਹੀ ਹੈ। ਉਹਨਾਂ ਦਾ ਇੰਨਾ ਭਰੋਸਾ, ਇੰਨੀ ਸੈਟਿਸਫੈਕਸ਼ਨ ਉਹਨਾਂ ਨੂੰ ਹੈ ਸਾਡੀ ਸਰਵਿਸ ਦੇ ਉੱਪਰ ਤੇ ਉਹਨਾਂ ਦੀ ਫੀਡਬੈਕ ਕਰਕੇ ਹੀ ਮੈਂ ਜਿੱਥੇ ਵੀ ਅੱਜ ਅਸੀਂ ਹਾਂ ਨਾ, ਮੇਰੀ ਟੀਮ ਦੇ ਲਈ ਬਹੁਤ ਵੱਡੀ ਇਨਕਰੇਜਮੈਂਟ ਹੈ। ਅਵਾਰਡ ਇੱਕ ਸਾਡੇ ਲਈ ਰਿਮਾਈਂਡਰ ਹੈ ਕਿ ਜੋ ਅਸੀਂ ਕਰ ਰਹੇ ਹਾਂ ਵੀ ਉਹਨਾਂ ਰਾਈਟ ਪਾਥ, ਅਸੀਂ ਸਹੀ ਰਸਤੇ ਤੇ ਆ ਤੇ ਅਸੀਂ ਪੋਜ਼ਿਟਿਵ ਇੰਪੈਕਟ ਪਾ ਰਹੇ ਹਾਂ। ਤੇ ਹਾਂਜੀ, ਹੁਣ ਮੈਨੂੰ ਤੁਹਾਡੇ ਸਾਰਿਆਂ ਦੀ ਬੈਸਟ ਵਿਸ਼ੇਸ ਚਾਹੀਦੀਆਂ ਨੇ। ਲੈਟਸ ਸੀ ਨੈਸ਼ਨਲ ਅਵਾਰਡ ਦੇ ਵਿੱਚ ਵੀ ਅਸੀਂ ਵਿਨ ਕਰੀਏ ਤੇ ਹਾਂਜੀ। ਨਹੀਂ ਬਿਲਕੁਲ, ਸਾਡਾ ਤਾਂ ਕੰਮ ਹੀ ਇਹ ਆ, ਅਸੀਂ ਬੈਸਟ ਆਫ ਲੱਕ ਕਹਿੰਦੇ ਹੁੰਦੇ ਆ ਤੇ ਸਾਡੇ ਵੱਲੋਂ ਸਾਡੀ ਸਾਰੇ ਟੀਮ ਵੱਲੋਂ ਦਰਸ਼ਕਾਂ ਵੱਲੋਂ ਤੁਹਾਨੂੰ ਬੈਸਟ ਆਫ ਲੱਕ ਹੈ। ਰੀਤ ਗੱਲ ਕਰ ਲਈਏ MFAA ਦੀ ਮੌਰਗੇਜ ਫਾਈਨੈਂਸ ਐਂਡ ਐਸੋਸੀਏਸ਼ਨ ਆਫ ਆਸਟ੍ਰੇਲੀਆ, ਇਹ ਕਿਸ ਤਰ੍ਹਾਂ ਦੀ ਬੋਡੀ ਆ, ਕਿਵੇਂ ਕੰਮ ਕਰਦੀ ਹੈ? ਜੇਕਰ ਸਿਲੈਕਸ਼ਨ ਦੀ ਗੱਲ ਕਰ ਲਈਏ, ਸਟੇਟ ਅਵਾਰਡ ਜਦੋਂ ਜਿੱਤਿਆ ਸਿਲੈਕਟ ਕਿਵੇਂ ਕਰਦੀ ਹੈ ਇਹ ਜੀ ਪੀਕ ਇੰਡਸਟਰੀ ਬੋਡੀ ਹੈ ਜੋ ਸਾਨੂੰ ਰਿਪਰੈਜ਼ੈਂਟ ਕਰਦੀ ਹੈ ਮੌਰਗੇਜ ਬ੍ਰੋਕਰਸ ਨੂੰ। ਸਾਡੀ ਐਡਵੋਕੇਸੀ ਹੈ ਨਾ, ਗਵਰਨਮੈਂਟ ਦੇ ਨਾਲ, ਰੈਗੂਲੇਟਰ ਦੇ ਨਾਲ, ਇੰਡਸਟਰੀ ਬੋਡੀਜ਼ ਦੇ ਵਿੱਚ ਸਾਨੂੰ ਰਿਪਰੈਜ਼ੈਂਟ ਕਰਦੇ ਨੇ ਤੇ ਵੀ ਹੈਵ ਟੂ ਬੀ ਅ ਮੈਂਬਰ ਆਫ ਦੈਮ ਟੂ ਰਾਈਟ ਦ ਲੋਨਸ ਨਾ। ਤੇ ਮੈਂ ਉਹਦੀ ਮੈਂਬਰ MFAA ਦੀ ਤੇ ਇਹਨਾਂ ਦੇ ਹਰ ਸਾਲ ਅਵਾਰਡਸ ਹੁੰਦੇ ਨੇ ਐਂਡ ਦੇ ਸਿਲੈਕਟ ਕਿ ਇੰਡਸਟਰੀ ਵਿੱਚ ਕੌਣ ਕੀ ਕਰ ਰਿਹਾ ਹੈ। ਪਹਿਲਾਂ ਦੀ ਨੋਮੀਨੇਸ਼ਨ ਜਾਂਦੀ ਹੈ, ਦੈਨ ਦੇ ਸਟੇਟ ਅਵਾਰਡਸ ਹੁੰਦੇ ਨੇ ਐਂਡ ਦੈਨ ਇਟਸ ਅ ਫਾਈਨਲ ਹੁਣ ਨੈਸ਼ਨਲ ਅਵਾਰਡਸ ਹੋ ਰਹੇ ਨੇ। ਹਾਂਜੀ, ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ 14,000 ਦੇ ਤਕਰੀਬਨ ਜਿਹੜੇ ਮੈਂਬਰਸ ਨੇ ਮੈਂਬਰਸ ਨੇ ਹਨ। ਹਾਂਜੀ, ਉਹਨਾਂ ਮੈਂਬਰਾਂ ਤੋਂ ਚੂਜ਼ ਕੀਤਾ ਜਾਂਦਾ। ਹਾਂਜੀ ਹਾਂਜੀ ਹਾਂਜੀ। ਤੇ ਉਹ ਜਦੋਂ ਸਟੇਟ ਅਵਾਰਡ ਹੋਏ ਰੀਤ ਉਹਦੇ ਵਿੱਚ ਵਿਨਰ ਸੀਗੀ ਤੇ ਹੁਣ
100 ਤੁਹਾਡੇ ਕੰਪੀਟੀਸ਼ਨ ਦੇ ਵਿੱਚ ਨਹੀਂ ਨੇ? ਨਹੀਂ 100 ਡਿਫਰੈਂਟ ਕੈਟਾਗਰੀਜ਼ ਦੇ ਵਿੱਚ 100 ਦੇ ਕਰੀਬ ਫਾਈਨਲਿਸਟ ਨੇ। Finalist ਸੋ देयर इज अ ਡਿਫਰੈਂਟ ਕੈਟਾਗਰੀਜ਼, ਬੈਂਕਸ ਦੀਆਂ ਕੈਟਾਗਰੀਜ਼ ਨੇ, ਲੈਂਡਰ ਪੈਨਲ ਹੈ, ਲਾਈਕ ਲੈਂਡਰਸ ਜਿਹੜੇ ਉਹਨਾਂ ਚੋਂ ਵੀ ਚੂਜ਼ ਕਰਨਗੇ। ਸੋ ਦੇयर ਡਿਫਰੈਂਟ ਕੈਟਾਗਰੀਜ਼। ਮੈਨੂੰ ਜਿਸ ਕੈਟਾਗਰੀ 'ਚ ਅਵਾਰਡ ਮਿਲਿਆ ਉਹ ਕਸਟਮਰ ਸਰਵਿਸ ਹੈ, ਮੇਰਾ ਪੈਸ਼ਨ ਹੈ ਕਸਟਮਰ ਸਰਵਿਸ ਐਂਡ ਆਈ ਲਵ ਹੈਲਪਿੰਗ ਪੀਪਲ। ਤੇ ਮੈਨੂੰ ਜਿਹੜੇ ਪੈਸ਼ਨ ਜਿਸ ਵਿੱਚ ਮੈਨੂੰ ਅਵਾਰਡ ਮਿਲਿਆ ਇਸ ਲਈ ਮੈਨੂੰ ਇਸ ਦੀ ਜ਼ਿਆਦਾ ਖੁਸ਼ੀ ਹੈ। ਸੋ ਕਸਟਮਰ ਸਰਵਿਸ ਇਜ਼ ਮਾਈ ਮੇਨ। ਹਾਂਜੀ ਬਿਲਕੁਲ ਜੀ। ਜਦੋਂ ਆ ਜਾਂਦੀ ਆ ਕਸਟਮਰ ਸਰਵਿਸ ਦੀ ਗੱਲ ਤਾਂ ਰੀਤ ਨੰਬਰ 1 ਨੇ ਵਿਕਟੋਰੀਆ ਦੇ ਵਿੱਚ, ਤੇ ਨੰਬਰ 1 ਬਣ ਜਾ ਰਹੇ ਨੇ ਉਹ ਆਸਟ੍ਰੇਲੀਆ ਦੇ ਵਿੱਚ। ਸੋ ਜਿੰਨੇ ਵੀ ਦਰਸ਼ਕ ਸਾਨੂੰ ਦੇਖ ਰਹੇ ਨੇ, ਕਿਉਂਕਿ ਹਰੇਕ ਦਾ ਹੀ ਸੁਪਨਾ ਹੁੰਦਾ ਨਵਾਂ ਘਰ ਬਣਾਉਣਾ, ਪਹਿਲਾ ਘਰ ਬਣਾਉਣ ਦੀ ਤਾਂ ਐਕਸਾਈਟਮੈਂਟ ਹੋਰ ਵੀ ਜ਼ਿਆਦਾ ਹੁੰਦੀ ਆ। ਤੇ ਵੱਡੀ ਗੱਲ ਅਸੀਂ ਹੋਰ ਵੀ ਮੈਂ ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦੇਵਾਂ ਕਿ ਮੈਂ ਤੇ ਰੀਤ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਪ੍ਰੋਪਰ ਸੈਗਮੈਂਟ, ਪ੍ਰੋਪਰ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ, ਜਿੱਥੇ ਅਸੀਂ ਰੀਤ ਤੋਂ ਬਰੀਕੀਆਂ ਜਾਣਾਂਗੇ ਮੌਰਗੇਜ ਨੂੰ ਅਪਲਾਈ ਕਿਵੇਂ ਕਰਨਾ, ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ। ਕਿਉਂਕਿ ਪਹਿਲਾ ਘਰ ਬਣਾਉਣਾ ਜਿੱਥੇ ਇੱਕ ਸੁਪਨਾ, ਉਸ ਦੇ ਨਾਲ ਰੀਤ ਹੈਲਪ ਕਰਦੀ ਆ ਤੁਹਾਨੂੰ ਤੁਹਾਡੀ ਗਰੋਥ ਦੇ ਵਿੱਚ, ਕਿ ਇੱਕ ਘਰ ਤੋਂ ਬਾਅਦ ਤੁਸੀਂ ਇਨਵੈਸਟਮੈਂਟ ਕਿਵੇਂ ਕਰਨੀ ਆ, ਵਪਾਰ ਕਿਵੇਂ ਕਰਨਾ। ਦੀ ਤੁਹਾਨੂੰ ਇੱਕ ਬੇਸਿਕ ਜਿਹਾ ਸਵਾਲ ਹੈ, ਹਾਲਾਂਕਿ ਡਿਟੇਲ ਦੇ ਵਿੱਚ ਆਪਾਂ ਐਪੀਸੋਡ ਦੇ ਵਿੱਚ ਗੱਲ ਕਰਾਂਗੇ। ਪ੍ਰੋਸੈਸ ਕੀ ਆ ਤੁਹਾਡਾ ਜਦੋਂ ਤੁਹਾਡੇ ਕੋਲੇ ਕਸਟਮਰ ਆਉਂਦਾ ਤਾਂ ਤੁਸੀਂ ਕਿਹੜੇ ਪ੍ਰੋਸੈਸ ਨੂੰ ਫੋਲੋ ਕਰਦੇ ਹੋ? ਹਾਂਜੀ, ਪਹਿਲੀ ਚੀਜ਼ ਹੈ ਕਿ ਜੋ ਸਾਡੇ ਕੋਲ ਕਸਟਮਰ ਆਉਂਦੇ ਨੇ, ਇਨਕੁਆਇਰੀ ਮੇਰੇ ਕੋਲ ਆਉਂਦੀ ਹੈ। ਸੋ ਆਈ ਟਾਕ ਟੂ ਦਾ ਕਸਟਮਰ, ਮੈਂ ਉਹਨਾਂ ਦੀਆਂ ਜਿਹੜੀਆਂ ਨੀਡਸ ਨੇ, ਆਬਜੈਕਟਿਵਸ ਨੇ, ਜੋ ਕੀ ਅਚੀਵ ਕਰਨਾ ਚਾਹ ਰਹੇ ਨੇ, ਮੈਂ ਉਹਦੇ ਬਾਰੇ ਗੱਲ ਕਰਦੀ ਹਾਂ। ਐਂਡ ਦੈਨ ਆਈ ਰਿਕਮੈਂਡ ਦਾ, ਕਿਉਂਕਿ ਸਾਡੇ ਪੈਨਲ ਵਿੱਚ ਮੋਰ ਦੈਨ 60 ਲੈਂਡਰਸ ਨੇ, 60 ਦੇ ਕਰੀਬ ਹੈ ਨਾ, ਬੈਂਕਸ ਨੇ, ਛੋਟੇ ਲੈਂਡਰਸ ਨੇ। ਫਿਰ ਮੈਂ ਉਹਨਾਂ ਦੇ ਸਿਨੈਰੀਓ ਦੇ ਹਿਸਾਬ ਨਾਲ ਉਹਨਾਂ ਨੂੰ ਰਿਕਮੈਂਡ ਕਰਦੀ ਹਾਂ ਕਿ ਹਾਂਜੀ ਤੁਹਾਡੇ ਲਈ ਇਹ ਲੈਂਡਰ ਸੂਟ ਕਰੇਗਾ, ਐਂਡ ਦੈਨ ਵੀ ਗੋ ਹੈਡ। ਉਸ ਤੋਂ ਬਾਅਦ ਜਦੋਂ ਮੈਂ ਉਹਨਾਂ ਨਾਲ ਮੀਟਿੰਗ ਕਰਦੀ ਹਾਂ, ਮੀਟਿੰਗ ਕਰਨ ਤੋਂ ਬਾਅਦ ਉਹਨਾਂ ਨੂੰ ਪ੍ਰੋਪਰ ਸਮਝਾ ਕੇ ਸਾਰਾ ਦੱਸ ਕੇ, ਉਸ ਤੋਂ ਬਾਅਦ ਫਾਈਲ ਚਲੀ ਜਾਂਦੀ ਮੇਰੀ ਟੀਮ ਕੋਲ, ਐਂਡ ਦੇ ਪ੍ਰੋਸੈਸ ਦਾ ਐਪਲੀਕੇਸ਼ਨ। ਸੋ ਮੇਰੀ ਟੀਮ ਦਾ ਬਹੁਤ ਵੱਡਾ ਹੱਥ ਹੈ ਕਸਟਮਰ ਸਰਵਿਸ ਦੇ ਵਿੱਚ 100%, ਕਿਉਂਕਿ ਕੁੜੀਆਂ ਪੂਰੀ ਮਿਹਨਤ ਪਾਉਂਦੀਆਂ ਨੇ ਕਿ ਤੁਹਾਨੂੰ ਮੇਕ ਸ਼ੋਰ ਕਿ ਵੀ ਅਪਡੇਟ ਰੱਖੀਏ ਕਿ ਫਾਈਲ ਬੈਂਕ ਕੋਲ ਚਲੀ ਗਈ, ਉਸ ਤੋਂ ਬਾਅਦ ਅਪਰੂਵਲ ਕਦੋਂ ਆਈ। ਫਿਰ ਬੈਂਕ ਨੂੰ ਵੀ ਸਾਨੂੰ ਕਈ ਵਾਰ ਪੁਸ਼ ਕਰਨਾ ਪੈਂਦਾ, ਕਿਉਂਕਿ ਹਰ ਬੈਂਕ ਦਾ ਡਿਫਰੈਂਟ SLA ਨੇ, ਕਿਉਂਕਿ ਉਹਨਾਂ ਦਾ ਅਸੈਸਮੈਂਟ ਟਾਈਮ ਡਿਫਰੈਂਟ ਹੁੰਦਾ। ਕਈ ਵਾਰ ਕੀ ਹੁੰਦਾ ਕਿ ਫਾਈਲ ਚਲੀ ਗਈ 10 ਦਿਨ ਲੱਗ ਰਹੇ ਨੇ, ਐਂਡ ਕਸਟਮਰ ਗੈਟ ਹੈਜ਼ੀਟੇਟਡ ਕਿ ਹੋ ਕੀ ਰਿਹਾ, ਸਾਨੂੰ ਪਤਾ ਨਹੀਂ। ਤਾਂ ਇਸ ਸਾਡੀ ਰੋਲ ਕੁੜੀਆਂ ਦਾ ਹੈ ਕਿ ਦੇ ਫੋਲੋ ਅਪ ਵਿਦ ਦ ਬੈਂਕ ਐਂਡ ਦੈਨ ਲੈਟ ਦ ਕਸਟਮਰ ਨੋ ਕਿ ਨਹੀਂ ਸਭ ਕੁਝ ਠੀਕ ਹੈ, ਜੇ ਕੁਝ ਉਹਨੂੰ ਚਾਹੀਦਾ ਵੀ ਡੂ ਪ੍ਰੋਵਾਈਡ। ਐਂਡ ਦੈਨ ਫਿਰ ਅੱਗੇ ਹੋਰ ਵੀ ਪਾਰਟੀਜ਼ ਇਨਵੋਲਵ ਹੁੰਦੀਆਂ। ਜੋ ਤੁਸੀਂ ਪਹਿਲਾਂ ਫੋਰ ਐਗਜ਼ਾਮਪਲ ਪਰਚੇਜ਼ ਦੀ ਐਪਲੀਕੇਸ਼ਨ ਹੈ, ਦੇਰ ਇਜ਼ ਅ ਕਨਵੈਂਸਸ ਇਨਵੋਲਵ ਹੈ ਨਾ, ਦੇਰ ਇਜ਼ ਅ ਰੀਅਲ ਸਟੇਟ ਏਜੰਟ ਇਨਵੋਲਵ, ਐਂਡ ਦੈਨ ਦੇਰ ਇਜ਼ ਅਦਰ ਪਾਰਟੀਜ਼ ਇਨਵੋਲਵ ਐਜ਼ ਵੈਲ। ਤਾਂ ਵੀ ਲੀਅਰਸ ਵਿਦ ਦੈਮ ਐਜ਼ ਵੈਲ। ਅਸੀਂ ਉਹਨਾਂ ਨਾਲ ਤੁਹਾਡੇ ਬਿਹਾਫ 'ਤੇ ਗੱਲ ਕਰਦੇ ਹਾਂ। ਤੁਹਾਨੂੰ ਆਪਣੇ ਕਨਵੈਂਸਰ ਨੂੰ ਚੇਜ਼ ਕਰਨ ਦੀ ਜ਼ਰੂਰਤ ਨਹੀਂ ਹੈ, ਜਾਂ ਆਪਣੇ ਰੀਅਲ ਸਟੇਟ ਨੂੰ ਚੇਜ਼ ਕਰਨ ਦੀ ਜ਼ਰੂਰਤ ਨਹੀਂ ਹੈ, ਵੀ ਡੂ ਔਨ ਯੋਰ ਬਿਹਾਫ। ਉਸ ਤੋਂ ਬਾਅਦ ਫੁੱਲ ਅਪਰੂਵਲ ਆ ਗਈ, ਫਿਰ ਸੈਟਲਮੈਂਟ, ਹੈਪੀ ਡੇਜ਼, ਘਰ ਮਿਲ ਗਿਆ। ਐਂਡ ਉਸ ਤੋਂ ਬਾਅਦ ਵੀ ਕੀਪ ਇਨ ਟੱਚ ਵਿਦ ਆਵਰ ਕਸਟਮਰਸ ਟੂ ਮੇਕ ਸ਼ੋਰ ਕਿ ਹਮੇਸ਼ਾ ਮੈਂ ਆਪਣੇ ਸਾਰੇ ਕਸਟਮਰ ਨੂੰ ਕਹਿੰਦੀ ਹੁੰਦੀ ਹਾਂ ਕਿ ਡੋਂਟ ਵਰੀ, ਕਿ ਤੁਹਾਨੂੰ ਬੈਂਕ ਕੋਲ ਡਾਇਰੈਕਟ ਜਾਣ ਦੀ ਜ਼ਰੂਰਤ ਨਹੀਂ ਹੈ, ਵੀ ਆਰ ਰੀਪ੍ਰੈਜ਼ੈਂਟਿੰਗ ਯੂ। ਅਸੀਂ ਤੁਹਾਨੂੰ ਰੀਪ੍ਰੈਜ਼ੈਂਟ ਕਰ ਰਹੇ ਹਾਂ। ਤੁਹਾਨੂੰ ਕੋਈ ਪ੍ਰੋਬਲਮ ਵੀ ਆ ਰਹੀ ਹੈ, ਕਮ ਟੂ ਅਸ। ਕਈ ਵਾਰ ਅਕਾਊਂਟ ਖੋਲ੍ਹਣ 'ਚ ਪ੍ਰੋਬਲਮ ਆ ਰਹੀ ਹੈ, ਜਾਂ ਕੋਈ ਉਹਨਾਂ ਨੂੰ ਇੰਟਰਸਟ ਰੇਟ ਨਾਟ ਸ਼ੋਰ ਹੈ, ਜਾਂ ਆਫਸੈਟ ਸੈੱਟ ਕਰਨਾ, ਜਾਂ ਕੁਛ ਵੀ। ਸੋ ਵੀ ਲੁੱਕ ਆਫਟਰ ਦੈਮ। ਹਾਂਜੀ, ਸੋ ਬਿਲਕੁਲ ਜੀ, ਬਹੁਤ ਸਾਰਾ ਪੇਪਰ ਵਰਕ ਇਨਵੋਲਵ ਹੁੰਦਾ। ਸਾਡੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਰੀਤ ਹਮੇਸ਼ਾ ਇਹੀ ਹੁੰਦਾ ਐਜ਼ ਅ ਕਸਟਮਰ ਵੀ। ਮੈਂ ਜੇ ਸੋਚਾਂ, ਜਿਵੇਂ ਤੁਸੀਂ ਵੀ ਕਿਹਾ ਕਿ ਤੁਹਾਡੇ ਕੋਲੇ 60 ਤੋਂ ਜ਼ਿਆਦਾ ਲੈਂਡਰਸ ਨੇ, ਹੈ ਨਾ, ਅਲੱਗ-ਅਲੱਗ ਬੈਂਕਾਂ ਨੇ। ਪਹਿਲਾ ਕੁਐਸਚਨ ਤਾਂ ਇਹੀ ਹੋ ਜਾਂਦਾ ਕਿ ਵਾਈ ਮੌਰਗੇਜ ਬ੍ਰੋਕਰ, ਵੀ ਤੁਹਾਡੇ ਕੋਲੇ ਆਉਣ ਦੀ ਕੀ ਲੋੜ ਆ, ਅਸੀਂ ਸਿੱਧਾ ਬੈਂਕ ਕੋਲੇ ਜਾਈਏ? ਹਾਂਜੀ, ਇਹ ਮੈਨੂੰ ਵੀ ਅਕਸਰ ਹੀ ਕੁਐਸਚਨ ਪੁੱਛਿਆ ਜਾਂਦਾ ਜੀ ਕਿ ਅਸੀਂ ਤਾਂ ਬੈਂਕ ਕੋਲ ਚਲੇ ਗਏ। ਯੈਸ, ਯੂ ਕੈਨ ਗੋ ਡਾਇਰੈਕਟ ਟੂ ਦਾ ਬੈਂਕ, ਪਰ ਜਦੋਂ ਤੁਸੀਂ ਇੱਕ ਬੈਂਕ ਕੋਲ ਜਾਂਦੇ ਹੋ, ਤੁਸੀਂ ਇੱਕ ਬੈਂਕ ਕੋਲ ਹੀ ਜਾਓਗੇ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਮੇਜਰ ਲੈਂਡਰ ਇੱਕ ਕੋਲ ਗਏ, ਐਂਡ ਦੈਨ ਇਫ ਯੂ ਵਾਂਟ ਟੂ ਕੰਪੇਅਰ ਯੂ ਹੈਵ ਟੂ ਗੋ ਟੂ ਅਨਦਰ ਲੈਂਡਰ, ਬਟ ਵੈਨ ਯੂ ਕਮ ਟੂ ਦਾ ਬ੍ਰੋਕਰ ਵੀ ਹੈਵ ਵਨ ਸਪੌਟ, ਇੱਕੋ ਜਗ੍ਹਾ ਸ਼ਾਪ ਆ ਸਾਡੀ, ਸਾਰਾ ਕੁਝ ਮੇਰੇ ਕੋਲ ਹੋਣਾ ਹੀ ਪਿਆ। ਤੁਸੀਂ ਮੇਰੇ ਕੋਲ ਆਏ, ਮੈਂ ਚੈੱਕ ਕਰੂੰਗੀ ਕਿ ਜੀ 4 ਬੈਂਕਾਂ ਵਿੱਚੋਂ ਇਹ ਰੇਟ ਵਧਿਆ, ਮੈਂ ਤੁਹਾਨੂੰ ਕੰਪੇਅਰ ਕਰਕੇ ਤੁਹਾਨੂੰ ਵਾਰ-ਵਾਰ ਬੈਂਕਸ ਕੋਲ ਟਰਾਈ ਕਰਨ ਦੀ ਜ਼ਰੂਰਤ ਨਹੀਂ ਹੈ, ਵਾਰ-ਵਾਰ ਖੁਦ ਬੈਂਕਸ ਨਾਲ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ। ਸੋ ਵੀ ਆਰ ਪ੍ਰੋਵਾਈਡਿੰਗ ਯੂ ਐਵਰੀਥਿੰਗ ਐਂਡ ਇਟਸ ਅ ਫ੍ਰੀ ਕਾਸਟ ਟੂ ਦਾ ਕਸਟਮਰ। We don't charge anything to the customer. We do get paid from the banks, but when your settlement happens, so it's a free of cost service, and we are guiding you along the way. ਦੋਸਤੋ, ਅਸਲ ਦੇ ਵਿੱਚ ਇਹ ਵੀ ਹੋ ਜਾਂਦਾ, ਜਿਵੇਂ ਹੁਣ ਤੁਸੀਂ ਰੀਤ ਦੀਆਂ ਗੱਲਾਂ ਸੁਣ ਰਹੇ ਹੋ, ਟੈਕਨੀਕਲ ਟਰਮਸ ਹੁੰਦੀਆਂ ਨੇ, ਹੈ ਨਾ। ਰੀਤ ਹੁਣ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਵੀ ਦੱਸ ਦਈਏ ਕਿ ਰੀਤ ਦੀ ਅਸਲ ਦੇ ਵਿੱਚ ਪੜ੍ਹਾਈ ਕੀ ਆ, ਸਟੱਡੀ ਕੀ ਆ, ਕਿਉਂਕਿ ਇਹ ਤਾਂ ਨਹੀਂ ਕਿਤੇ ਵੀ ਰੀਤ ਇੱਥੇ ਆਈ ਪਹਿਲਾਂ ਹੋਰ ਕੰਮ ਕਰਦੀ ਸੀ, ਹੁਣ ਰੀਤ ਨੂੰ ਲੱਗਿਆ ਕਿ ਇਹਦੇ 'ਚ ਜ਼ਿਆਦਾ ਪੈਸੇ ਨੇ। ਇਹ ਅਸਲ ਦੇ ਵਿੱਚ ਰੀਤ ਨੇ ਕੀ ਸਟੱਡੀ ਕੀਤੀ ਆ? ਹਾਂਜੀ, ਮੈਂ ਇੰਡੀਆ ਤੋਂ ਆਈ ਹਾਂ 2007 ਦੇ ਵਿੱਚ। ਮੇਰੀ ਬੈਕਗਰਾਊਂਡ ਟੀਚਿੰਗ ਆ, ਮੈਂ ਇੰਡੀਆ 'ਚ ਟੀਚ ਕਰਦੀ ਸੀ, ਫਿਰ ਇੱਥੇ ਆ ਕੇ ਐਜ਼ ਅ ਸਟੂਡੈਂਟ ਬਹੁਤ ਸਟਰਗਲ ਕੀਤੀ। ਮੈਂ ਕਮਿਊਨਿਟੀ ਵੈਲਫੇਅਰ ਯੂਥ ਵਰਕ ਦੇ ਵਿੱਚ ਕੰਮ ਕਰਦੀ ਰਹੀ ਹਾਂ, ਮੈਂ ਫੰਡ ਰੇਜ਼ਿੰਗ ਵੀ ਕੀਤੀ ਆ, ਪਰ
I always feel like कि मैं I connect with person to person and I have that niche ਕਿ ਮੈਂ customer service ਮੇਰਾ passion ਜਿਆਦਾ ਨਾ, ਮੈਨੂੰ help ਕਰਨੀ ਵਧੀਆ ਲੱਗਦੀ ਹੈ। ਯੂਥ ਵਰਕ ਦੇ ਵਿੱਚ ਵੀ ਇਦਾਂ ਹੀ ਸੀਗਾ ਕਿ we were helping clients ਹੈ ਨਾ ਜੋ struggle ਕਰ ਰਹੇ ਨੇ autism ਵਾਲੇ customers ਇਦਾਂ, and then I got opportunity of mortgage broking ਤੇ ਮੈਨੂੰ ਇੰਟਰਸਟ ਕੀਤਾ ਕਿ ਅੱਛਾ ਇਹ ਕੀ ਚੀਜ਼ ਆ, ਮੈਨੂੰ ਸੱਚੀ ਪਹਿਲਾਂ ਨਹੀਂ ਪਤਾ ਸੀ। then I studied, ਫਿਰ ਮੈਂ mortgage broking ਦੀ ਸਟੱਡੀ ਕੀਤੀ। I work under few mentors, ਕਾਫੀ mentors ਦੇ ਅੰਡਰ ਮੈਂ ਕੰਮ ਕੀਤਾ, ਸਿੱਖਿਆ, and now I love it and making impact on people's lives. ਬਿਲਕੁਲ, ਥੈਂਕ ਯੂ ਰੀਤ। ਅਤੇ ਜਾਂਦੇ ਜਾਂਦੇ ਕਿਉਂਕਿ ਅੱਜ ਦਾ ਜਿਹੜਾ ਐਪੀਸੋਡ ਆ ਉਹ ਇਸੇ ਲਈ ਸੀ ਕਿ ਅਸੀਂ ਰੀਤ ਨੂੰ ਰੀਤ ਦੇ ਆਉਣ ਵਾਲੇ ਨੈਸ਼ਨਲ ਅਵਾਰਡ ਕੰਪੀਟੀਸ਼ਨ ਦੇ ਲਈ ਬੈਸਟ ਆਫ ਲੱਕ ਕਹਿ ਸਕੀਏ। ਇਸ ਤੋਂ ਇਲਾਵਾ ਜਿਵੇਂ ਪਹਿਲਾਂ ਜਾਣਕਾਰੀ ਦਿੱਤੀ ਆ ਕਿ ਇੱਕ ਪ੍ਰੋਪਰ ਐਪੀਸੋਡ ਹੋਇਆ ਕਰਨਗੇ ਰੀਤ ਦੇ ਨਾਲ ਬੈਠ ਕੇ ਇਸੇ ਆਫਿਸ ਦੇ ਵਿੱਚ, ਅਸੀਂ ਜਾਣਕਾਰੀ ਦਿਆ ਕਰਾਂਗੇ ਤੁਹਾਨੂੰ ਅਲੱਗ-ਅਲੱਗ ਜਿਹੜੇ ਸਬਜੈਕਟ ਹੋਣਗੇ ਜਾਂ ਕਿਹੜੀਆਂ ਤੁਸੀਂ ਖਿਆਲ ਰੱਖਣਾ ਜਦੋਂ ਤੁਸੀਂ ਲੋਨ ਅਪਲਾਈ ਕਰਨਾ। ਪਰ ਰੀਤ, ਇੱਕ ਜਾਂਦੇ ਜਾਂਦੇ ਬੇਸਿਕ ਜੀ ਟਿਪ ਸਾਡੇ ਸਾਰੇ ਕਸਟਮਰਾਂ ਨੂੰ ਜਿਨ੍ਹਾਂ ਨੇ ਆਪਣਾ ਪਹਿਲਾ ਘਰ ਬਣਾਉਣਾ ਉਹਨਾਂ ਦੇ ਲਈ ਤੁਸੀਂ ਬੇਸਿਕ ਟਿਪ ਕੀ ਦਓਗੇ? ਬੇਸਿਕ ਟਿਪ ਮੈਨੂੰ ਇਹ ਲੱਗਦਾ ਕਿ ਬੀ ਪ੍ਰਪੇਅਰ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਕਈ ਵਾਰ ਸਾਨੂੰ ਅਕਸਰ ਕਸਟਮਰ ਕਹਿੰਦੇ ਕਿ ਸਾਨੂੰ ਪਤਾ ਹੀ ਕੁਛ ਨਹੀਂ ਜੀ, ਸਾਡਾ ਪਹਿਲਾ ਘਰ ਹੈ। ਤਾਂ ਆਈ ਥਿੰਕ ਨੌਲੇਜ ਇਜ਼ ਦਾ ਕੀ। ਇਟਸ ਗੁੱਡ ਟੂ ਟਾਕ ਟੂ ਈਵਨ ਜੇ ਅਸੀਂ ਬ੍ਰੋਕਰ ਕੋਲ ਵੀ ਨਹੀਂ ਜਾਣਾ, ਬੈਂਕ ਦੇ ਥਰੂ ਵੀ ਜਾ ਰਹੇ, ਆਸਕ ਦ ਰਾਈਟ ਕੁਐਸਚਨਸ, ਬੀ ਪ੍ਰਪੇਅਰ। ਤੁਹਾਨੂੰ ਕੀ ਕੀ ਚਾਹੀਦਾ, ਤੁਸੀਂ ਆਕਸ਼ਨ 'ਤੇ ਜਾਣਾ ਜਾਂ ਪ੍ਰਾਈਵੇਟ ਸੇਲ ਜਾਣਾ, ਤੁਹਾਨੂੰ ਕੀ ਕੀ ਚਾਹੀਦਾ, ਕਨਵਿੰਸਰ ਦਾ ਕੀ ਰੋਲ ਹੁੰਦਾ, ਬੈਂਕਸ ਕੀ ਆਫਰ ਕਰ ਰਹੀਆਂ ਨੇ, ਤੁਹਾਨੂੰ ਕਿੰਨੀ ਡਿਪੋਜ਼ਿਟ ਚਾਹੀਦਾ, ਯੂ ਨੀਡ ਆਲ ਦਿਸ ਸੌਰਟ ਆਫ ਇਨਫੋਰਮੇਸ਼ਨ। ਇਫ ਯੂ ਪ੍ਰਪੇਅਰਡ ਰਾਈਟ ਯੂ ਵਿਲ ਆਲਵੇਜ਼ ਮੇਕ ਅ ਰਾਈਟ ਡਿਸੀਜਨ। ਹਾਂਜੀ, ਤੇ ਮੇਰੀ ਇਹੀ ਟਿਪ ਹੈ ਤੇ ਵੀ ਆਰ ਆਲਵੇਜ਼ ਹੇਅਰ ਟੂ ਹੈਲਪ ਇਫ ਯੂ ਨੀਡ ਐਨੀ ਸੌਰਟ ਆਫ ਹੈਲਪ। ਹਾਂਜੀ, ਬਿਲਕੁਲ ਜੀ। ਇਹਨਾਂ ਗੱਲਾਂ ਦਾ ਧਿਆਨ ਆ ਜਿਹੜਾ, ਕਿਉਂਕਿ ਜਿਹੜੇ ਸਟੂਡੈਂਟ ਆਉਂਦੇ ਨੇ ਉਹਨਾਂ ਦੀ ਪਹਿਲੀ ਇੱਛਾ ਹੁੰਦੀ ਹੈ ਕਿ PR ਹੋਣ, ਸਿਟੀਜ਼ਨ ਹੋਣ, ਤੇ ਉਸ ਤੋਂ ਬਾਅਦ ਪਹਿਲੀ ਵੱਡੀ ਜਿਹੜਾ ਡਰੀਮ ਹੁੰਦਾ, ਸੁਪਨਾ ਹੁੰਦਾ, ਘਰ ਬਣਾਉਣ ਦਾ ਹੁੰਦਾ। ਇਹਨਾਂ ਚੀਜ਼ਾਂ ਦਾ, ਇਹਨਾਂ ਬੇਸਿਕ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈ। ਪਰ ਟੈਨਸ਼ਨ ਨਹੀਂ ਲੈਣੀ। ਟੈਨਸ਼ਨ ਕਿਉਂ ਨਹੀਂ ਲੈਣੀ? ਰੀਤ ਗਿੱਲ ਹੈਗੇ ਨੇ ਇੱਥੇ। ਰੀਤ ਗਿੱਲ ਦਾ ਐਡਰੈਸ ਤੁਹਾਡੀ ਸਕਰੀਨ 'ਤੇ ਆ ਰਿਹਾ, ਨੰਬਰ ਆ ਰਿਹਾ। ਰੀਤ ਉਹਨਾਂ ਨੂੰ ਤੁਸੀਂ ਕੰਟੈਕਟ ਕਰੋ ਤੇ ਪਹਿਲਾ ਘਰ ਬਣਾਉਣ ਦੇ ਵਿੱਚ ਰੀਤ ਤੁਹਾਡੀ ਹੈਲਪ ਕਰਨਗੇ। ਤੇ ਨਾਲ ਦੀ ਨਾਲ ਜੇਕਰ ਤੁਸੀਂ ਬਣਾ ਚੁੱਕੇ ਹੋ, ਇਨਵੈਸਟ ਕਰਨਾ, ਕੋਈ ਕਮਰਸ਼ੀਅਲ ਲੋਨ ਲੈਣਾ, ਪਰਸਨਲ ਤੁਹਾਡੀ ਕੋਈ ਨਿੱਜੀ ਲੋੜ ਹੈ ਉਸ ਦੇ ਲਈ ਲੋਨ ਲੈਣਾ, ਜਾਂ ਆਪਣੀ ਮਨਪਸੰਦ ਕਾਰ ਲੈਣੀ ਆ, ਉਸ ਦੇ ਲਈ ਵੀ ਰੀਤ ਆ ਜਿਹੜੇ ਹੈਲਪ ਕਰਦੇ ਨੇ। ਤੇ ਰੀਤ ਦੱਸ ਰਹੇ ਸੀਗੇ ਕਿ ਜਿਹੜਾ ਨੈਸ਼ਨਲ ਅਵਾਰਡ ਮਿਲਣਾ ਉਹਨਾਂ ਨੂੰ, ਉਹ ਮਿਲਣਾ ਕਸਟਮਰ ਸਰਵਿਸ ਦੇ ਵਿੱਚ। ਤੇ ਕਸਟਮਰ ਸਰਵਿਸ ਜਦੋਂ ਹੁੰਦੀ ਹੈ ਤਾਂ ਇਕੱਲਾ ਰੀਤ ਦੀ ਨਹੀਂ, ਰੀਤ ਦੀ ਟੀਮ ਦੀ ਜ਼ਿੰਮੇਵਾਰੀ ਜਾਂਦੀ ਹੈ। ਸਾਡੇ ਨਾਲ ਰੀਤ ਦੀ ਟੀਮ ਮੈਂਬਰ ਵੀ ਆ ਪਲਵਿੰਦਰ ਨਾਲ ਵੀ ਗੱਲ ਕਰਾਂਗੇ। ਪਲਵਿੰਦਰ, ਸਵਾਗਤ ਹੈ ਤੁਹਾਡਾ ਬੋਲ ਪੰਜਾਬੀ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਪਲਵਿੰਦਰ, ਰੀਤ ਨਾਲ ਕੰਮ ਕਰਨ ਦਾ ਤਜਰਬਾ ਕਿਵੇਂ ਹੈ? ਬਹੁਤ ਵਧੀਆ ਜੀ। ਐਕਚੁਅਲੀ ਜਦੋਂ ਤੁਹਾਨੂੰ ਮੌਕਾ ਮਿਲਦਾ ਹੈ ਕਿਸੇ ਐਕਸਪੀਰੀਅੰਸਡ ਬੰਦੇ ਨਾਲ ਕੰਮ ਕਰਨ ਦਾ, ਆਈ ਥਿੰਕ ਇਹ ਸਭ ਤੋਂ ਵੱਡੀ ਗੁੱਡ ਲੱਕ ਹੈ। ਤੇ ਮੈਨੂੰ ਲੱਗਦਾ ਕਿ ਇਹੀ ਚੀਜ਼ ਹੈ ਜਿਹਦੇ ਲਈ ਮੈਂ ਬਲੈਸਡ ਹਾਂ। ਇਸ ਤੋਂ ਜ਼ਿਆਦਾ ਲਾਈਕ ਬਹੁਤ ਫਲੈਕਸੀਬਿਲਿਟੀ ਹੈ ਮੈਨੂੰ ਕੰਮ ਦੇ ਵਿੱਚ ਵੀ, ਤੇ ਬਹੁਤ ਕੁਛ ਸਿੱਖਣ ਨੂੰ ਮਿਲ ਰਿਹਾ ਐਂਡ ਇੰਜੋਏ ਕਰ ਰਹੀ ਹਾਂ ਮੈਂ ਕੰਮ। ਇਹ ਸਿਰਫ ਕੰਮ ਹੀ ਨਹੀਂ ਹੈ, ਮੇਰੇ ਲਈ ਇੱਕ ਪੈਸ਼ਨ ਬਣ ਗਿਆ ਹੈ। ਖੁਸ਼ੀ ਹੁੰਦੀ ਹੈ ਜਦੋਂ ਰੀਤ ਨੂੰ ਹੁਣ ਪਿੱਛੇ ਸਟੇਟ ਮਿਲਿਆ ਤੇ ਹੁਣ ਨੈਸ਼ਨਲ ਅਵਾਰਡ ਦੇ ਵਿੱਚ ਜਾ ਰਹੇ ਨੇ? ਹਾਂਜੀ, ਬਹੁਤ ਖੁਸ਼ੀ ਹੁੰਦੀ ਹੈ। ਮੈਨੂੰ ਯਾਦ ਹੈ ਜਦੋਂ ਅਸੀਂ ਅਵਾਰਡ ਫੰਕਸ਼ਨ 'ਤੇ ਗਏ ਸੀ, ਤੇ ਜਿੰਨੇ ਉਹਦੇ ਵਿੱਚ ਉਹ ਸਿਰਫ ਇੱਕ ਅਵਾਰਡ ਹੀ ਨਹੀਂ ਸੀ, ਬਹੁਤ ਸਾਰੇ ਇਮੋਸ਼ਨਸ ਜੁੜੇ ਹੁੰਦੇ ਆ ਆਪਣੀ ਪੂਰੀ ਜਰਨੀ, ਹੁਣ ਤੱਕ ਦੀ ਮਿਹਨਤ ਰੀਤ ਦੀ ਜਾਂ ਸਾਡੀ ਟੀਮ ਦੀ ਵਿੱਚ ਮਿਹਨਤ। ਤੇ ਬਹੁਤ ਵਧੀਆ ਲੱਗਦਾ ਹੈ ਨਾ ਜਦੋਂ ਆਪਾਂ ਕਿਸੇ ਨੂੰ ਵੀ ਅੱਗੇ ਵੱਧਦਾ ਵੇਖਦੇ ਆ। ਐਂਡ ਆਈ ਥਿੰਕ ਮੈਨੂੰ ਤਾਂ ਅਫਕੋਰਸ ਵਧੀਆ ਲੱਗਣੀ ਸੀ ਸਾਡੀ ਟੀਮ ਨੂੰ ਅਵਾਰਡ ਮਿਲਿਆ, ਤੇ ਉਸ ਚੀਜ਼ 'ਚ ਮਿਲਿਆ ਜਿਸ 'ਚ ਅਸੀਂ ਐਕਚੁਅਲ 'ਚ ਮਿਹਨਤ ਪਾ ਰਹੇ ਹਾਂ। ਬਿਲਕੁਲ ਜੀ। ਸੋ ਦੋਸਤੋ, ਇਹ ਸੀ ਪਲਵਿੰਦਰ ਦੇ ਨਾਲ ਹੋਰ ਵੀ ਟੀਮ ਮੈਂਬਰ, ਕਾਰਮੀ, ਹੋਰ ਵੀ ਜਿਹੜੇ ਟੀਮ ਮੈਂਬਰ ਨੇ ਉਹ ਵੀ ਰੀਤ ਦੇ ਨਾਲ ਕੰਮ ਕਰਦੇ ਨੇ। ਖਾਸੀਅਤ ਹੈ ਕੁੜੀਆਂ ਕੰਮ ਕਰਦੀਆਂ ਨੇ ਇਸ ਆਫਿਸ ਦੇ ਵਿੱਚ, ਸਾਰੀਆਂ ਕੁੜੀਆਂ ਨੇ ਤੇ ਕੁੜੀਆਂ ਹੀ ਲੁੱਕ ਆਫਟਰ ਕਰਦੀਆਂ ਨੇ ਤੁਹਾਡੇ ਸਾਰੇ ਕੇਸਿਸ ਦੀਆਂ। ਸੋ ਇਹੀ ਕਾਰਨ ਹੈ ਕਿ ਜਦੋਂ ਲਗਨ ਨਾਲ ਤੁਸੀਂ ਕੰਮ ਕਰੋ ਤਾਂ ਉਸ ਲਗਨ ਦੀ, ਉਸ ਮਿਹਨਤ ਦਾ ਫਲ ਵੀ ਮਿਲਦਾ। ਤੇ ਫਲ ਮਿਲਿਆ ਸਟੇਟ ਅਵਾਰਡ ਦੀ ਵਿਨਰ ਦੇ ਤੌਰ ਤੇ ਹੁਣ ਰੀਤ ਜਾ ਰਹੇ ਨੇ ਨੈਸ਼ਨਲ। ਤੇ ਆਓ ਸਾਰੇ ਆਪਾਂ ਕਹਿੰਦੇ ਹਾਂ ਰੀਤ ਨੂੰ ਬੈਸਟ ਆਫ ਲੱਕ। ਬੋਲ ਪੰਜਾਬੀ ਨੂੰ ਦੇਖਦੇ ਰਹੋ, ਸਪੋਰਟ ਕਰਦੇ ਰਹੋ, ਤੇ ਅਸੀਂ ਇਸੇ ਤਰ੍ਹਾਂ ਵੱਖ-ਵੱਖ ਇਨਸਾਨਾਂ ਨਾਲ, ਵੱਖ-ਵੱਖ ਪੰਜਾਬੀਆਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤੇ ਸਾਰਿਆਂ ਨੂੰ ਕਹਾਂਗੇ ਬੈਸਟ ਆਫ ਲੱਕ। ਧੰਨਵਾਦ।